हाँ जी, सत श्री अकाल राजे सारिਆਂ ਨੂੰ प्यारे बच्चों ਤੁਹਾਡਾ बहुत बहुत ਸਵਾਗਤ ਹੈ ਸਾਡੇ ਚੈਨਲ YouTube ਚੈਨਲ ਜੌਬ ਅੱਡਾ ਦੇ ਵਿੱਚ। ਰਾਜੇ ਜਿਵੇਂ ਕਿ ਤੁਹਾਨੂੰ ਪਤਾ ਸੀ ਸਰਕਾਰੀ ਨੌਕਰੀ ਦੇ ਜਿਹੜੇ ਪੇਪਰਾਂ ਦੀ ਤਿਆਰੀ ਹੈ ਉਹਦੀ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਮੈਂ ਤੁਹਾਨੂੰ ਇੱਕ ਪ੍ਰੀਵੀਅਸ ਈਅਰ ਕੁਐਸਚਨਸ ਕੁਝ ਸੋਲਵ ਕਰਵਾ ਕੇ ਉਹ ਪੇਪਰ ਸੀ ਜਿਹੜੀ ਉਹਦੀ ਵੀਡੀਓ ਸੀ ਆਪਾਂ ਅਪਲੋਡ ਕੀਤੀ ਸੀ। ਉਸੇ ਸੀਰੀਜ਼ ਨੂੰ ਅੱਗੇ ਲੈ ਕੇ ਜਾਂਦੇ ਹੋਏ ਆਪਾਂ ਸਾਇੰਸ ਹੈ ਜਿਹੜੀ ਉਹ ਸਟਾਰਟ ਕੀਤੀ ਹੈ ਟੌਪਿਕ ਬਾਏ ਟੌਪਿਕ। ਵੈਸੇ ਤਾਂ ਆਪਾਂ ਸਾਰੀਆਂ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਗੱਲ ਕਰਾਂਗੇ, ਪਰ ਇਸ ਕਲਾਸ ਦੇ ਵਿੱਚ ਆਪਣਾ ਮੇਨ ਜਿਹੜਾ ਹੈਗਾ ਉਹ ਟਾਰਗੇਟ ਰਹੇਗਾ ਆਪਣਾ ਜੀ ਲੈਬ ਅਸਿਸਟੈਂਟ ਦਾ ਪੇਪਰ। ਜਿਹੜਾ ਆਪਾਂ ਲੈਬ ਅਸਿਸਟੈਂਟ ਦਾ ਪੇਪਰ ਦੀ ਗੱਲ ਕਰਦੇ ਹਾਂ ਜਾਂ ਫਿਰ ਜਿਹੜੀਆਂ ਲੈਬ ਅਟੈਂਡੈਂਟ ਦੀਆਂ ਪੋਸਟਾਂ ਨਿਕਲੀਆਂ ਹੋਈਆਂ। ਮੈਂ ਤੁਹਾਨੂੰ ਇੱਥੇ ਸਾਇੰਸ ਤਿਆਰ ਕਰਵਾਉਂਗੀ। ਉਸ ਪੇਪਰ ਦੇ ਵਿੱਚ ਜਿਹੜੀ ਸਾਇੰਸ ਹੈ ਆਪਾਂ ਨੂੰ ਆਉਣੀ ਆ ਜੀ 75 ਨੰਬਰ ਦੀ। ਠੀਕ ਹੈ, ਆਪਾਂ ਨੂੰ ਸਾਇੰਸ ਹੈਗੀ ਆ ਉਹਦੇ ਬੇਸਿਕ ਤੋਂ ਐਡਵਾਂਸ ਲੈਵਲ ਤੱਕ ਆਪਾਂ ਜਿਹੜਾ ਕੰਮ ਕਰਨਾ, ਬੇਸਿਕ ਤੋਂ ਐਡਵਾਂਸ ਲੈਵਲ ਤੱਕ। ਇਹ ਵਾਲੇ ਪੇਪਰਾਂ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਸੀ, ਇੱਕ ਪੇਪਰ ਦੀ +2 ਸੀ, ਇੱਕ ਪੇਪਰ ਦੀ BSc ਸੀਗੀ, ਬਟ ਦੋਨਾਂ ਦੇ ਵਿੱਚ ਜਿਹੜਾ ਆਪਾਂ ਨੂੰ ਨਾਨ ਮੈਡੀਕਲ ਚਾਹੀਦਾ ਸੀ। ਠੀਕ ਹੈ, ਆਈ ਹੋਪ ਸੋ ਸਾਰਿਆਂ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ। ਬਿਨਾਂ ਸਮਾਂ ਖਰਾਬ ਕੀਤੇ ਜਿਹੜਾ ਆਪਣਾ ਅੱਜ ਦਾ ਟੌਪਿਕ ਹੈਗਾ, ਟੌਪਿਕ ਦਾ ਨਾਮ ਹੈ ਜੀ ਸਾਊਂਡ। ਆਪਾਂ ਸਾਊਂਡ ਟੌਪਿਕ ਹੈ ਜਿਹੜਾ ਉਹ ਸਟਾਰਟ ਕਰਦੇ ਹਾਂ। ਸਾਊਂਡ ਟੌਪਿਕ ਦੇ ਵਿੱਚ ਆਪਾਂ ਨੂੰ ਕੀ ਪਤਾ ਚੱਲਦਾ, ਆਪਾਂ ਆਵਾਜ਼ਾਂ ਦੇ ਬਾਰੇ ਪੜਾਂਗੇ ਕਿ ਹਿਊਮਨ ਈਅਰ ਹੈ ਇਹ ਸਾਊਂਡ ਸੁਣਦਾ ਹੈ। ਆਪਣੇ ਆਲੇ ਦੁਆਲੇ ਦੇ ਵਿੱਚ ਰੋਜ਼ ਆਵਾਜ਼ਾਂ ਉਹ ਸਾਊਂਡ ਹੁੰਦੀਆਂ, ਜਿਵੇਂ ਮੈਂ ਬੋਲ ਰਹੀ ਹਾਂ ਤਾਂ ਤੁਹਾਡੇ ਵਾਸਤੇ ਇਹ ਚੀਜ਼ ਕੀ ਹੈ, ਸੁਣਨ ਵਾਲੇ ਬੰਦੇ ਵਾਸਤੇ ਇਹ ਚੀਜ਼ ਸਾਊਂਡ ਹੈ। ਠੀਕ ਹੈ, ਹਾਂਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਇੱਥੇ ਆਪਣੇ ਕੋਲ ਟੌਪਿਕ ਹੈ ਜੀ ਪਾਰਟੀਕਲ ਇਨ ਅ ਵੇਵ। ਵੇਵ ਕੀ ਹੁੰਦੀ ਹੈ? ਜਿਵੇਂ ਹੁਣ ਮੰਨ ਲਓ ਮੇਰੇ ਕੋਲ ਇੱਕ ਛੱਪੜ ਹੈ, ਛੱਪੜ ਦੇ ਵਿੱਚ ਮੈਂ ਇਦਾਂ ਕਰਕੇ, ਜਿਵੇਂ ਮੰਨ ਲਓ ਛੱਪੜ ਹੈ, ਮੈਂ ਇੱਥੇ ਕੋਈ ਰੋੜਾ ਸਿੱਟਦਾ, ਇਹਦੇ ਵਿੱਚ ਜਿਹੜੀਆਂ ਪਾਣੀ ਆ ਉਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਵੇਵਸ ਹੈ ਜਾਂ ਫਿਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤਰੰਗਾਂ ਉਹ ਪੈਦਾ ਹੋ ਜਾਂਦੀਆਂ। ਠੀਕ ਹੈ, ਇਹ ਇੱਕ ਜਿਹੜੀ ਸਾਊਂਡ ਹੈ ਜਾਂ ਇੱਕ ਵੇਵ ਹੈ ਉਹ ਕੀ ਹੈਗੀ ਹੈ ਮੇਰੇ ਕੋਲੇ, ਵੇਵ ਇਜ਼ ਅ ਸੌਰਟ ਆਫ ਡਿਸਟਰਬੈਂਸ। ਜਿਵੇਂ ਦੇਖੋ ਆਪਾਂ ਗਿਟਾਰ ਵਜਾਉਂਦੇ ਆ, ਗਿਟਾਰ ਦੀਆਂ ਇਦਾਂ ਕਰਕੇ ਜਿਹੜੀਆਂ ਲਾਈਨਾਂ ਉਹ ਐਂ ਕਰਕੇ ਮਤਲਬ ਉਹਦੀਆਂ ਜਿਹੜੀਆਂ ਉੱਪਰ ਤਾਰਾਂ ਜੀਆਂ ਹੁੰਦੀਆਂ ਸਹੀ ਪਈਆਂ ਹੁੰਦੀਆਂ। ਜਦੋਂ ਮੈਂ ਹੱਥ ਵਿੱਚ ਕੁਝ ਲੈ ਕੇ ਇਹਨਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੰਨੀ ਆ ਤਾਂ ਉਹਦੇ ਵਿੱਚ ਜਿਹੜੀਆਂ ਵੇਵਸ ਵੀ ਪ੍ਰੋਡਿਊਸ ਹੁੰਦੀਆਂ ਤੇ ਉਹਦੇ ਵਿੱਚ ਕੀ ਹੈ ਜਿਹੜਾ ਸਾਊਂਡ ਹੈ ਉਹ ਵੀ ਪ੍ਰੋਡਿਊਸ ਹੁੰਦਾ। ਠੀਕ ਹੈ, ਵੇਵ ਕੀ ਹੈ ਐਕਚੁਅਲ ਦੇ ਵਿੱਚ? ਵੇਵ ਇੱਕ ਮੇਰੇ ਕੋਲ ਕੀ ਹੈ, ਇੱਕ ਡਿਸਟਰਬੈਂਸ ਹੈ ਇੱਕ ਮੀਡੀਅਮ ਦੇ ਵਿੱਚ ਜਿਹੜੀ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਾਂਦੀ ਹੈ ਤੇ ਉਹ ਆਪਣੇ ਨਾਲ એનર્ਜੀ ਕੈਰੀ ਕਰਦੀ ਹੈ, ਬਟ ਉਹਦੇ ਵਿੱਚ ਜਿਹੜੇ ਹੈਗੇ ਆ ਪਾਰਟੀਕਲਸ ਦੀ ਮੂਵਮੈਂਟ ਨਹੀਂ ਹੁੰਦੀ। ਠੀਕ ਹੈ, ਜਿਵੇਂ ਉਹਨਾਂ ਨੇ ਆਪਣੇ ਕੋਲੇ ਗੱਲ ਕੀਤੀ ਹੈ ਰਬੜ ਕੌਕ ਔਨ ਦਾ ਵਾਟਰ ਦੈਟ ਗੋਜ਼ ਅਪ ਐਂਡ ਡਾਊਨ ਵੈਨ ਅ ਰੌਕ ਫਾਲ ਇਨ ਦਾ ਵਾਟਰ ਐਂਡ ਕ੍ਰੀਏਟ ਅ ਰਿਪਲ। ਰਿਪਲ ਕੀ ਹੁੰਦਾ? ਜਿਵੇਂ ਇਦਾਂ ਕਰਕੇ ਵੇਵ ਹੈ ਜਿਹੜੀ ਜਾਂਦੀ ਹੈ, ਇਸ ਚੀਜ਼ ਨੂੰ ਆਪਾਂ ਕੀ ਬੋਲ ਦਿੰਦੇ ਆ, ਰਿਪਲਸ ਬੋਲ ਦਿੰਦੇ ਆ। ਠੀਕ ਹੈ ਜੀ, ਹਾਂਜੀ। ਪਾਰਟੀਕਲ ਜਿਹੜੀ ਹੈਗੀ ਮੋਸ਼ਨ ਹੈਗੀ ਮਕੈਨੀਕਲ ਵੇਵ ਦੀ। ਵੇਵਸ ਹੈ ਜਿਹੜੀਆਂ ਆਪਣੇ ਕੋਲੇ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਤਾਂ ਹੁੰਦੀਆਂ ਮੇਰੇ ਕੋਲੇ ਟਰਾਂਸਵਰਸ ਵੇਵ, ਦੂਸਰੀਆਂ ਹੁੰਦੀਆਂ ਜੀ ਲੌਂਗੀਟਿਊਡਿਨਲ। ਲੌਂਗੀਟਿਊਡਿਨਲ ਤੇ ਟਰਾਂਸਵਰਸ ਦੇ ਵਿੱਚ ਇੱਕ ਫਰਕ ਹੈ, ਦੋਨਾਂ ਦੇ ਵਿੱਚ ਕੀ ਹੈਗੇ ਜਿਹੜੀ ਪਾਰਟੀਕਲਸ ਹੈ ਉਹ ਮੂਵ ਕਰਦੇ ਆ, ਬਟ ਆਪਣੇ ਕੋਲੇ ਪਾਰਟੀਕਲਸ ਮੂਵ ਤਾਂ ਬਿਲਕੁਲ ਸਹੀ ਕਰਦੇ ਆ। ਇਹਨਾਂ ਦੇ ਵਿੱਚ ਜਿਹੜੇ ਪਾਰਟੀਕਲਸ ਦੀ ਮੋਸ਼ਨ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਬਹੁਤ ਮੈਟਰ ਕਰਦੀ ਹੈ। ਅਗਰ ਪਾਰਟੀਕਲ ਕੀ ਹੈ ਪਰਪੈਂਡੀਕੂਲਰ ਮੂਵ ਕਰਦੇ ਆ ਕਾਦੇ, ਡਾਇਰੈਕਸ਼ਨ ਆਫ ਵੇਵ ਮੋਸ਼ਨ ਦੇ, ਤਾਂ ਉਹਨੂੰ ਆਪਾਂ ਮਕੈਨੀਕਲ ਵੇਵ ਵੀ ਬੋਲ ਦਿੰਦੇ ਆ, ਟਰਾਂਸਵਰਸ ਵੇਵ ਵੀ ਬੋਲ ਦਿੰਦੇ ਆ। ਜਿਵੇਂ ਲਾਈਟ ਹੋ ਗਈ, ਅਗਰ ਪਾਰਟੀਕਲ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ, ਸੇਮ ਡਾਇਰੈਕਸ਼ਨ ਮਤਲਬ ਪੈਰਲਲ, ਤੁਹਾਨੂੰ ਇੱਥੋਂ ਕੁਐਸਚਨ ਬਣਿਆ ਪੁੱਛਿਆ ਜਾ ਸਕਦਾ ਵੀ ਜਿਹੜੀਆਂ ਕਿਹੜੇ ਤਰ੍ਹਾਂ ਦੀਆਂ ਤਰੰਗਾਂ ਜਿਨ੍ਹਾਂ ਦੇ ਵਿੱਚ ਜਿਹੜੇ ਪਾਰਟੀਕਲ ਹੈਗੇ ਪਰਪੈਂਡੀਕੂਲਰ ਮੂਵ ਕਰਦੇ ਆ ਜਾਂ ਫਿਰ ਪੈਰਲਲ ਮੂਵ ਕਰਦੇ ਆ। ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਮਕੈਨੀਕਲ ਵੇਵ। ਜਿਵੇਂ ਸਾਊਂਡ ਵੇਵ ਆ ਗਈ ਹਵਾ ਦੇ ਵਿੱਚ ਜਾਂ 에ਅਰ ਦੇ ਵਿੱਚ, ਆਪਣੇ ਕੋਲੇ ਕੀ ਆ ਸਾਊਂਡ ਵੇਵ ਆ ਗਈ। ਇਹਦੇ ਵਿੱਚ ਕੀ ਆ ਕੰਪਰੈਸ਼ਨ ਤੇ ਇਲੋਂਗੇਸ਼ਨ ਹੁੰਦੀਆਂ, ਇਹਨੂੰ ਆਪਾਂ ਕਿਹੜੀ ਵੇਵ ਬੋਲ ਦਿੰਦੇ ਆ, ਮਕੈਨੀਕਲ ਵੇਵ ਬੋਲ ਦਿੰਦੇ ਆ। ਠੀਕ ਹੈ, ਇਹ ਆਪਣੇ ਕੋਲੇ ਟਰਾਂਸਵਰਸ ਵੇਵ ਹੈ ਤੇ ਜਿਹੜੀ ਸੈਕਿੰਡ ਨੰਬਰ ਵਾਲੀ ਵੇਵ ਹੈ ਇਹ ਮੇਰੇ ਕੋਲ ਕਿਹੜੀ ਹੈ ਜੀ, ਲੌਂਗੀਟਿਊਡਿਨਲ ਵੇਵ ਹੈ। ਠੀਕ ਹੈ, ਦੋ ਤਰ੍ਹਾਂ ਦੀਆਂ ਵੇਵ ਦੇ ਬਾਰੇ ਪੜਿਆ ਆਪਾਂ। ਕਿਹੜੀਆਂ ਵੇਵ ਦੇ ਬਾਰੇ ਪੜਿਆ? ਇੱਕ ਆਪਾਂ ਪੜਿਆ ਜੀ ਟਰਾਂਸਵਰਸ ਵੇਵ ਬਾਰੇ, ਇੱਕ ਆਪਾਂ ਲੌਂਗੀਟਿਊਡਿਨਲ ਵੇਵ ਬਾਰੇ ਪੜਿਆ। ਇਹਦੇ ਵਿੱਚ ਜਿਹੜੇ ਪਾਰਟੀਕਲ ਹੈਗੇ ਉਹ ਡਾਇਰੈਕਸ਼ਨ ਆਫ ਵੇਵ ਦੇ ਪਰਪੈਂਡੀਕੂਲਰ ਮੂਵ ਕਰਦੇ ਆ, ਪਰਪੈਂਡੀਕੂਲਰ ਜਾਂਦੇ ਆ। ਜਿਹੜੀ ਲੌਂਗੀਟਿਊਡਿਨਲ ਹੈ ਇਹਦੇ ਵਿੱਚ ਕੀ ਹੈ, ਜਿਹੜੇ ਪਾਰਟੀਕਲ ਦਾ ਉਹ ਪੈਰਲਲ ਜਿਹੜੇ ਹੈਗੇ ਆ ਡਾਇਰੈਕਸ਼ਨ ਆਫ ਵੇਵ ਦੇ, ਵੇਵ ਮੋਸ਼ਨ ਦੇ ਪੈਰਲਲ ਮੂਵ ਕਰਦੇ ਆ। ਠੀਕ ਹੈ, ਹਾਂਜੀ। ਨੈਕਸਟ ਆ ਗਿਆ ਜੀ ਸਾਊਂਡ ਵੇਵ।
ਜਿਹੜੀਆਂ ਸਾਊਂਡ ਵੇਵ ਹੈ ਉਹਨਾਂ ਨੂੰ ਇੱਕ ਜਿਹੜਾ ਹੈਗਾ ਵਾ ਮੀਡੀਅਮ ਚਾਹੀਦਾ ਹੁੰਦਾ ਹੈ ਪ੍ਰੋਪੇਗੇਟ ਕਰਨ ਵਾਸਤੇ, ਮਤਲਬ ਸਾਊਂਡ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਟਰੈਵਲ ਕਰਨ ਵਾਸਤੇ ਇੱਕ ਮੀਡੀਅਮ ਚਾਹੀਦਾ ਹੁੰਦਾ ਹੈ, ਠੀਕ ਹੈ। ਜਿਵੇਂ ਹੁਣ ਆਪਾਂ 에ਅਰ ਹੈ, 에ਅਰ ਆਪਣੇ ਮੀਡੀਅਮ ਹੈ, ਮੈਂ ਬੋਲ ਰਹੀ ਹਾਂ ਤੁਹਾਨੂੰ ਸੁਣ ਰਿਹਾ, ਤਾਂ 에ਅਰ ਆਪਣੇ ਵਾਸਤੇ ਇੱਕ ਮੀਡੀਅਮ ਹੈ ਜਿਹਦੇ ਵਿੱਚ ਦੀ ਜਿਹੜਾ ਸਾਊਂਡ ਹੈ ਉਹ ਟਰੈਵਲ ਕਰਦਾ ਹੈ। ਜੇ ਮੈਂ ਗੱਲ ਕਰਾਂ ਮੂਨ ਦੀ, ਮੂਨ ਦੇ ਉੱਤੇ ਜਿਹੜੀ ਹੈਗੀ ਕੋਈ ਮੀਡੀਅਮ ਨਹੀਂ ਹੈਗਾ, ਇਸ ਕਰਕੇ ਮੂਨ ਦੇ ਉੱਤੇ ਜਿਹੜੀ ਆਵਾਜ਼ ਹੈ ਆਪਾਂ ਨੂੰ ਬਹੁਤ ਘੱਟ ਸੁਣਦੀ ਹੈ, ਈਵਨ ਸੁਣਦੀ ਹੀ ਨਹੀਂ, ਠੀਕ ਹੈ। ਦ ਮੈਟਰ ਔਰ ਮਟੀਰੀਅਲ ਥਰੂ ਵਿਚ ਸਾਊਂਡ ਪ੍ਰੋਪੇਗੇਟ ਇਜ਼ ਨੋਨ ਐਜ਼ ਮੀਡੀਅਮ। ਮੀਡੀਅਮ ਕੀ ਆਪਣੇ ਕੋਲੇ ਮੀਡੀਅਮ ਕੀ ਹੈਗਾ ਵਾ 에ਅਰ, ਠੀਕ ਹੈ ਜੀ, ਆਪਣੇ ਕੋਲੇ ਮੀਡੀਅਮ ਕੀ ਹੈ 에ਅਰ। ਕਲੀਅਰ ਹੋ ਗਿਆ ਸਭ ਨੂੰ। ਫਿਰ ਨੈਕਸਟ ਹੈ ਜੀ, ਜਦੋਂ ਆਪਣੇ ਕੋਲੇ ਪਾਰਟੀਕਲ ਹੈਗੇ ਗਿਆ ਆਪਦੀ ਮੇਨ ਪੋਜੀਸ਼ਨ ਦੇ ਅਰਾਊਂਡ, ਮਤਲਬ ਜਿਹੜਾ ਉਹ ਵਾਈਬ੍ਰੇਟ ਕਰਦੇ ਆ, ਤਾਂ ਉਹ ਆਪਣੇ ਕੋਲੇ ਕੁਝ ਕੰਪਰੈਸਡ 에ਅਰ ਬਣਾਉਂਦੇ ਆ, ਉਥੇ ਹਾਈ ਪ੍ਰੈਸ਼ਰ ਹੋ ਜਾਂਦਾ, ਫਿਰ ਲੋ ਪ੍ਰੈਸ਼ਰ ਹੋ ਜਾਂਦਾ, ਉਹ ਆਪਣੇ ਕੋਲ ਕੀ ਹੈ ਮੀਨ ਪੋਜੀਸ਼ਨ ਚੱਲਦੀ ਹੈ, ਠੀਕ ਹੈ। ਜਦੋਂ ਆਪਣੇ ਕੋਲੇ ਸਾਊਂਡ ਹੁੰਦਾ ਉਹਦੇ ਵਿੱਚ ਕੀ ਹੈ ਕੰਪਰੈਸ਼ਨਸ ਤੇ ਰੇਅਰ ਫ੍ਰੈਕਸ਼ਨਸ, ਕੰਪਰੈਸ਼ਨ ਰੇਅਰ ਫ੍ਰੈਕਸ਼ਨਸ ਬਣਦੀਆਂ, ਠੀਕ ਹੈ। ਕਲੀਅਰ। ਹਾਂਜੀ, ਸਾਊਂਡ ਜਿਹੜੀ ਪ੍ਰੋਪੇਗੇਸ਼ਨ ਹੈਗੀ ਉਹਨੂੰ ਆਪਾਂ ਵਿਜ਼ੂਅਲਾਈਜ਼ ਕਰ ਸਕਦੇ ਹਾਂ, ਕਿਉਂਕਿ ਜਦੋਂ ਸਾਊਂਡ ਪ੍ਰੋਪੇਗੇਟ ਹੁੰਦਾ ਤਾਂ ਉੱਥੇ ਪ੍ਰੈਸ਼ਰ ਦੀਆਂ ਜਿਹੜੀਆਂ ਵੇਰੀਏਸ਼ਨਸ ਆਉਂਦੀਆਂ, ਕਾਹਦੇ ਵਿੱਚ ਵੇਰੀਏਸ਼ਨ ਆਉਂਦੀਆਂ, ਪ੍ਰੈਸ਼ਰ ਦੀਆਂ ਵੇਰੀਏਸ਼ਨਸ ਆ ਜਿਹੜੀਆਂ ਉਹ ਮੀਡੀਅਮ ਦੇ ਵਿੱਚ ਆਉਂਦੀਆਂ ਜਦੋਂ ਹੀ ਕੀ ਹੈ ਸਾਊਂਡ ਕੀ ਹੈ ਪ੍ਰੋਪੇਗੇਟ ਕਰਦਾ। ਕਦੇ ਪ੍ਰੈਸ਼ਰ ਹੈ ਜਿਹੜਾ ਉੱਥੇ ਵੱਧ ਜਾਂਦਾ, ਕਦੇ ਪ੍ਰੈਸ਼ਰ ਕੀ ਹੈ ਜਿਹੜਾ ਘਟ ਜਾਂਦਾ। ਨੈਕਸਟ ਆ ਗਿਆ ਜੀ ਵੇਵਲੈਂਥ। ਹੁਣ ਦੇਖੋ ਮੇਰੇ ਕੋਲੇ ਜਿਵੇਂ ਹੁਣ ਵੇਵਲੈਂਥ ਬਣਦੀ ਹੈ, ਆ ਮੰਨ ਲਓ ਮੇਰੇ ਕੋਲੇ ਕੋਈ ਵੇਵ ਹੈ, ਹੁਣ ਦੇਖੋ ਮੈਂ ਇੱਥੇ ਜਿਹੜੀਆਂ ਇੱਥੋਂ ਕੁਝ ਟਰਮਸ ਐਕਸਪਲੇਨ ਕਰਨਾ ਚਾਹੂੰਗੀ, ਇੱਕ ਵੇਵਲੈਂਥ ਐਕਸਪਲੇਨ ਕਰੂੰਗੀ, ਟਾਈਮ ਪੀਰੀਅਡ, ਫ੍ਰੀਕੁਐਂਸੀ ਐਕਸਪਲੇਨ ਕਰੂੰਗੀ। ਵੇਵਲੈਂਥ ਹੈ ਸਭ ਤੋਂ ਪਹਿਲਾਂ ਜੀ, ਇਹਨੂੰ ਮੈਂ ਲੈਮਡਾ ਦੇ ਨਾਲ ਡਿਨੋਟ ਕਰਦੀ ਹਾਂ। ਜਿਹੜੇ ਤਾਂ ਆ ਉੱਪਰ ਵਾਲੀਆਂ ਚੀਜ਼ਾਂ ਹੁੰਦੀਆਂ ਇਹਨੂੰ ਤਾਂ ਆਪਾਂ ਬੋਲਦੇ ਹਾਂ ਕ੍ਰੈਸਟ, ਜਿਹੜੇ ਨੀਚੇ ਵਾਲੇ ਹੁੰਦੇ ਆ ਇਹਨਾਂ ਨੂੰ ਆਪਾਂ ਬੋਲਦੇ ਹਾਂ ਟਰਫ, ਠੀਕ ਹੈ। ਇੱਕ ਕ੍ਰੈਸਟ ਤੇ ਇੱਕ ਟਰਫ ਦੇ ਵਿੱਚ ਕਿੰਨਾ ਫਰਕ ਹੈ, ਮਤਲਬ ਇਹਦੇ ਵਿੱਚ ਉੱਪਰ ਵਾਲੇ ਆ ਜਿਹੜੇ ਉੱਪਰ ਵਾਲੇ ਪਹਾੜ ਜੇ ਬਣੇ ਆ, ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਜਿਹੜਾ ਕਿੰਨਾ ਡਿਫਰੈਂਸ ਹੈ ਇਹਨੂੰ ਆਪਾਂ ਕੀ ਕਹਿੰਦੇ ਨੇ, ਦ ਡਿਸਟੈਂਸ ਬਿਟਵੀਨ ਟੂ ਸਕਸੈਸਿਵ ਕ੍ਰੈਸਟ ਔਰ ਟਰਫ। ਜਾਂ ਤਾਂ ਉੱਪਰਲੇ ਕ੍ਰੈਸਟ ਦੇ ਵਿੱਚ ਨੋਟ ਕਰ ਲਓ ਜਾਂ ਫਿਰ ਆਪਾਂ ਟਰਫ ਦੇ ਵਿੱਚ ਨੋਟ ਕਰ ਲਓ, ਉਸ ਚੀਜ਼ ਨੂੰ ਆਪਾਂ ਕੀ ਬੋਲ ਦਿੰਦੇ ਆ, ਵੇਵਲੈਂਥ ਕਹਿ ਦਿੰਦੇ ਆ। ਤੇ ਵੇਵਲੈਂਥ ਦੇ ਮੇਰੇ ਕੋਲੇ ਯੂਨਿਟ ਕੀ ਹੁੰਦੇ ਆ ਜੀ, ਮੀਟਰ। ਵੇਵਲੈਂਥ ਦੇ ਮੇਰੇ ਕੋਲ ਯੂਨਿਟ ਕੀ ਹੁੰਦੇ ਆ, ਮੀਟਰ, ਠੀਕ ਹੈ। ਵੇਵਲੈਂਥ ਦੇ ਉਹ ਵੀ SI ਯੂਨਿਟ ਹੁੰਦੇ। ਮੈਂ ਇਰੇਜ਼ ਕਰਦੀ ਹਾਂ ਇੱਕ ਵਾਰ ਸੋ ਦੈਟ ਤੁਸੀਂ ਦੇਖ ਸਕੋ ਧਿਆਨ ਦੇ ਨਾਲ, ਠੀਕ ਹੈ। ਵੇਵਲੈਂਥ ਦੇ ਜਿਹੜੇ ਯੂਨਿਟਸ ਆ ਉਹ ਮੇਰੇ ਕੋਲ ਕੀ ਹੁੰਦੇ ਆ ਜੀ, ਮੀਟਰ। ਆਪਾਂ ਗੱਲ ਕੀਤੀ ਵੇਵਲੈਂਥ ਦੀ, ਵੇਵਲੈਂਥ ਨੂੰ ਡਿਨੋਟ ਕਾਹਦੇ ਨਾਲ ਕਰਦੇ ਆ ਜੀ, ਲੈਮਡਾ ਦੇ ਨਾਲ ਇਹਨੂੰ ਡਿਨੋਟ ਕੀਤਾ ਜਾਂਦਾ। ਕਲੀਅਰ। ਨੈਕਸਟ ਆ ਗਿਆ ਮੇਰੇ ਕੋਲੇ ਟਾਈਮ ਪੀਰੀਅਡ। ਟਾਈਮ ਪੀਰੀਅਡ ਦਾ ਕੀ ਮਤਲਬ ਹੈ, ਹੁਣ ਜੇ ਮੈਂ ਗੱਲ ਕਰਾਂ ਵੀ ਮੇਰੇ ਕੋਲੇ ਕੋਈ ਦੋ, ਮੈਂ ਜਿਵੇਂ ਹੁਣ ਇੱਥੇ ਮੈਂ ਵੇਵ ਬਣਾ ਦਿੰਨੀ ਆ ਅਗੇਨ, ਏਦਾਂ ਕਰਕੇ ਆਪਾਂ ਇੱਕ ਬਣਾਇਆ, ਇੱਕ ਸਰਕਲ ਨੂੰ ਕੰਪਲੀਟ ਕਰਨ ਦੇ ਵਿੱਚ ਜਿੰਨਾ ਵੀ ਟਾਈਮ ਪੀਰੀਅਡ ਲੱਗਦਾ, ਟੂ ਕੌਨਜ਼ੀਕਿਊਟਿਵ ਕੰਪਰੈਸ਼ਨ ਜਾਂ ਫਿਰ ਰੇਅਰ ਫ੍ਰੈਕਸ਼ਨ ਨੂੰ ਕ੍ਰਾਸ ਕਰਨਾ, ਇੱਕ ਫਿਕਸਡ ਪੁਆਇੰਟ ਤੇ ਪਹੁੰਚਣਾ, ਉਹਨੂੰ ਆਪਾਂ ਟਾਈਮ ਪੀਰੀਅਡ ਕਹਿੰਦੇ ਆ। ਤੇ ਟਾਈਮ ਪੀਰੀਅਡ ਨੂੰ ਆਪਾਂ ਮੇਜ਼ਰ ਕਾਦੇ ਦੇ ਵਿੱਚ ਕਰਦੇ ਆ ਜੀ, ਸੈਕਿੰਡ ਦੇ ਵਿੱਚ। ਸੈਕਿੰਡ ਦੇ ਵਿੱਚ ਆਪਾਂ ਟਾਈਮ ਪੀਰੀਅਡ ਨੂੰ ਮੇਜ਼ਰ ਕਰਦੇ ਆ। ਨੈਕਸਟ ਹੈਗਾ ਮੇਰੇ ਕੋਲੇ ਫ੍ਰੀਕੁਐਂਸੀ। ਫ੍ਰੀਕੁਐਂਸੀ ਦਾ ਮਤਲਬ ਹੈ ਵੀ ਇੱਕ ਸੈਕਿੰਡ ਦੇ ਵਿੱਚ, ਜਾਂ ਆਪਾਂ ਕਹਿ ਦਈਏ ਪਰ ਯੂਨਿਟ ਟਾਈਮ ਦੇ ਵਿੱਚ, ਇੱਕ ਯੂਨਿਟ ਟਾਈਮ ਦੇ ਵਿੱਚ ਇੱਕ ਜਿਹੜੀ ਵੇਵ ਹੈ ਜਾਂ ਇੱਕ ਜਿਹੜੇ ਕੰਪਰੈਸ਼ਨ ਹੈ ਜਾਂ ਰੇਅਰ ਫ੍ਰੈਕਸ਼ਨ ਹੈ ਉਹ ਕਿੰਨੇ ਵਾਰ ਬਣਦੇ ਆ, ਉਸ ਚੀਜ਼ ਨੂੰ ਆਪਾਂ ਕੀ ਬੋਲ ਦਿੰਦੇ ਆ, ਫ੍ਰੀਕੁਐਂਸੀ। ਫ੍ਰੀਕੁਐਂਸੀ ਦੇ ਯੂਨਿਟਸ ਹੁੰਦੇ ਆ ਜੀ ਮੇਰੇ ਕੋਲੇ ਜਿਹੜੇ SI ਯੂਨਿਟ ਆ ਫ੍ਰੀਕੁਐਂਸੀ ਦੇ, ਉਹ ਕੀ ਹੁੰਦੇ ਆ, ਹਰਟਜ਼। ਤੇਰੇ SI ਯੂਨਿਟ ਕੀ ਹੈਗੇ ਆ ਮੇਰੇ ਕੋਲੇ, ਹਰਟਜ਼ ਦੇ ਸੈਕਿੰਡ ਇਨਵਰਸ, ਠੀਕ ਹੈ। ਸਪੀਡ, ਫ੍ਰੀਕੁਐਂਸੀ ਤੇ ਵੇਵਲੈਂਥ ਦੇ ਵਿੱਚ ਇੱਕ ਰਿਲੇਸ਼ਨ ਹੈ, v ਇਜ਼ ਇਕੁਅਲ ਟੂ ਮਤਲਬ ਸਪੀਡ ਇਜ਼ ਇਕੁਅਲ ਟੂ ਕੀ ਹੈ, ਵੇਵਲੈਂਥ ਇਨਟੂ ਫ੍ਰੀਕੁਐਂਸੀ। ਆ ਜਿਹੜੀ ਚੀਜ਼ ਹੈ ਇਹਦੇ ਬੇਸ ਦੇ ਉੱਤੇ ਤੁਹਾਨੂੰ ਨਿਊਮੈਰੀਕਲ ਪੁੱਛਿਆ ਜਾ ਸਕਦਾ। ਆਪਣੀ ਕਲਾਸ ਹੈ ਜਿਹੜੀ ਇਹ ਮੈਂ ਇੱਕ ਚੀਜ਼ ਦੀ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ, PSTET ਵਾਲੇ ਬੱਚਿਆਂ ਵਾਸਤੇ ਤੇ ਆਪਣੀ ਕਲਾਸ ਹੈ ਜਿਹੜੀ CTET ਵਾਲੇ ਬੱਚਿਆਂ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਹੈ, ਠੀਕ ਹੈ। ਅਗਰ ਤੁਸੀਂ ਸਾਇੰਸ ਦੇ ਨਾਲ ਰਿਲੇਟਡ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕੋਈ ਵੀ ਐਗਜ਼ਾਮ ਹੈ, PSTET ਹੈ, CTET ਹੈ, SUPERTET ਹੈ, HTET ਹੈ, ਜਾਂ ਫਿਰ ਲੈਬ ਅਟੈਂਡੈਂਟ, ਲੈਬ ਅਸਿਸਟੈਂਟ ਹੈ, ਜਾਂ ਜਨਰਲ PSSB ਦੀ ਸਾਇੰਸ ਕਰ ਰਹੇ ਹੋ, ਤਾਂ ਕੁਝ ਟੌਪਿਕ ਜਿਹੜੇ ਆਪਣੇ ਈਜ਼ੀ ਵੀ ਹੁੰਦੇ ਆ, ਉਹ ਵਾਲੇ ਜਿਹੜੇ ਟੌਪਿਕ ਆਪਣੀ ਕਲਾਸ ਦੇ ਵਿੱਚ ਸਾਰੇ ਦੇ ਸਾਰੇ ਕਵਰ ਕੀਤੇ ਜਾਣਗੇ, ਠੀਕ ਹੈ ਜੀ। ਨੈਕਸਟ ਮੇਰੇ ਕੋਲੇ ਆ ਗਿਆ ਰਾਜੇ ਐਂਪਲੀਟਿਊਡ।
ਐਂਪਲੀਟਿਊਡ ਦਾ ਕੀ ਮਤਲਬ ਹੁੰਦਾ? ਹੁਣ ਦੇਖੋ ਇੱਥੇ ਵੇਵ ਦੀ ਜਿਹੜੀ ਹੈਗੀ ਆਪਣੇ ਕੋਲੇ ਡਾਇਗਰਾਮ ਬਣੀ ਹੋਈ ਹੈ। ਆਪਣੇ ਕੋਲੇ ਵੇਵ ਦੀ ਕੀ ਬਣੀ ਹੈ? ਡਾਇਗਰਾਮ ਬਣੀ ਹੈ, ਜਿਹੜੀ ਡਾਇਗਰਾਮ ਪਿੱਛੇ ਮੈਂ ਬਣਾਈ ਸੀ। ਜਿਵੇਂ ਆ ਮੇਰੇ ਕੋਲੇ ਕੀ ਹੈ, ਦੋ ਕਰੈਸਟ ਹੈ, ਦੋ ਟਰਫ ਹੈ। ਆ ਕਰੈਸਟ ਕਿੰਨਾ ਉੱਪਰ ਜਾ ਰਿਹਾ ਹੈ, ਆ ਟਰਫ ਕਿੰਨਾ ਨੀਚੇ ਜਾ ਰਿਹਾ ਹੈ। ਇਹਨਾਂ ਦੀ ਆਹ ਚੀਜ਼ ਹੈ ਜਿਹੜੀ, ਮਤਲਬ ਇੱਥੋਂ ਆ ਜਿਹੜੀ ਡਿਸਟੈਂਸ ਹੈ ਜਾਂ ਫਿਰ ਇੱਥੋਂ ਆ ਜਿਹੜੀ ਡਿਸਟੈਂਸ ਹੈ, ਆ ਡਿਸਟੈਂਸ ਤੇ ਆ ਡਿਸਟੈਂਸ ਹੈ, ਇਸ ਚੀਜ਼ ਨੂੰ ਮੈਂ ਕੀ ਬੋਲਦੀ ਹਾਂ ਜੀ? ਐਂਪਲੀਟਿਊਡ। ਇਸ ਚੀਜ਼ ਦਾ ਜਿਹੜਾ ਨਾਮ ਹੈ ਮੈਂ ਕੀ ਰੱਖਿਆ ਹੋਇਆ ਹੈ? ਐਂਪਲੀਟਿਊਡ। ਐਂਪਲੀਟਿਊਡ ਦਾ ਮਤਲਬ ਕੀ ਹੈ? ਮੈਗਨੀਟਿਊਡ। ਕਾਹਦਾ ਲੈਣਾ? ਡਿਸਟਰਬੈਂਸ ਇਨ ਅ ਮੀਡੀਅਮ ਔਨ ਆਈਦਰ ਸਾਈਡ ਆਫ ਮੀਨ ਵੈਲਿਊ। ਮੀਨ ਵੈਲਿਊ ਕਿੱਥੇ ਹੈ? ਜਿਹੜੀ ਐਕਸਿਸ ਹੈ ਉਹ ਮੀਨ ਵੈਲਿਊ ਹੈ। ਜਿਵੇਂ ਦੇਖੋ ਇੱਧਰ ਮੈਂ ਆ ਬਣਾਈ ਆ ਮੇਰੇ ਕੋਲੇ ਐਕਸਿਸ ਹੈ ਜਿਹੜੀ, ਇਹ ਮੀਨ ਵੈਲਿਊ ਹੈ। ਮੀਨ ਵੈਲਿਊ ਤੋਂ ਕਿੰਨਾ ਉੱਪਰ ਜਾ ਰਿਹਾ ਹੈ, ਮੀਨ ਵੈਲਿਊ ਤੋਂ ਕਿੰਨਾ ਥੱਲੇ ਜਾ ਰਿਹਾ ਹੈ, ਮੀਨ ਵੈਲਿਊ ਤੋਂ ਕਿੰਨਾ ਉੱਤੇ ਜਾ ਰਿਹਾ ਹੈ, ਮੀਨ ਵੈਲਿਊ ਤੋਂ ਕਿੰਨਾ ਥੱਲੇ ਜਾ ਰਿਹਾ। ਠੀਕ ਹੈ, ਇਸ ਚੀਜ਼ ਨੂੰ ਆਪਾਂ ਕੀ ਬੋਲ ਦਿੰਦੇ ਆ ਜੀ? ਇਸ ਚੀਜ਼ ਨੂੰ ਆਪਾਂ ਬੋਲ ਦਿੰਦੇ ਆ ਐਂਪਲੀਟਿਊਡ। ਠੀਕ ਹੈ, ਇਹਦੇ ਯੂਨਿਟਸ ਕੀ ਹੋਣਗੇ? ਪ੍ਰੈਸ਼ਰ ਜਾਂ ਫਿਰ ਡੈਂਸਿਟੀ। ਮੀਨ ਪੋਜੀਸ਼ਨ ਦੇ ਵਿੱਚ ਜਿਹੜੀ ਡਿਸਟੈਂਸ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਮੈਕਸਿਮਮ ਡਿਸਪਲੇਸਮੈਂਟ ਕਹਿ ਦਿੰਦੇ ਆ। ਆਈ ਹੋਪ ਸੋ ਤੁਹਾਨੂੰ ਸਾਰਿਆਂ ਨੂੰ ਇੱਥੋਂ ਐਂਪਲੀਟਿਊਡ ਕਲੀਅਰ ਹੋ ਜਾ ਹੋਏਗਾ। ਹੁਣ ਆਪਾਂ ਚਾਰ ਟਰਮਸ ਪੜ੍ਹ ਲਈਆਂ। ਇੱਕ ਤਾਂ ਆਪਾਂ ਟਰਮ ਪੜ੍ਹੀ ਹੈ ਜੀ ਵੇਵਲੈਂਥ, ਦੂਸਰੀ ਆਪਾਂ ਟਰਮ ਪੜ੍ਹੀ ਹੈ ਐਂਪਲੀਟਿਊਡ, ਤੀਸਰੀ ਆਪਾਂ ਟਰਮ ਪੜ੍ਹੀ ਹੈ ਟਾਈਮ ਪੀਰੀਅਡ, ਚੌਥੀ ਆਪਾਂ ਟਰਮ ਪੜ੍ਹੀ ਹੈ ਜੀ ਫ੍ਰੀਕੁਐਂਸੀ। ਇਹ ਚਾਰੋਂ ਦੀਆਂ ਚਾਰੋਂ ਟਰਮਸ ਹੈ ਜਿਹੜੀਆਂ ਬਹੁਤ ਇੰਪੋਰਟੈਂਟ ਹੈ। ਸਪੀਡ ਨੂੰ ਆਪਾਂ ਕਾਹਦੇ ਨਾਲ ਲਿਖਦੇ ਹਾਂ? v ਦੇ ਨਾਲ, ਤੇ v ਦਾ ਫਾਰਮੂਲਾ ਹੁੰਦਾ ਹੈ ਫ੍ਰੀਕੁਐਂਸੀ ਇਨਟੂ ਲੈਮਡਾ। ਇਹ ਜਿਹੜੇ ਪੁਆਇੰਟਸ ਆ ਇਹ ਕੀ ਹੈਗੇ ਕਿ ਤੁਸੀਂ ਮਾਈਂਡ ਦੇ ਵਿੱਚ ਰੱਖਣੇ ਆ। ਇਹਨਾਂ ਨੂੰ ਮੈਂ PTM ਮਤਲਬ ਪੁਆਇੰਟਸ ਟੂ ਰਿਮੈਂਬਰ ਜਾਂ ਫਿਰ ਪੁਆਇੰਟਸ ਕੀਪ ਇਨ ਦਾ ਮਾਈਂਡ, ਪੁਆਇੰਟਸ ਟੂ ਕੀਪ ਇਨ ਮਾਈਂਡ, ਤੁਸੀਂ ਕੁਝ ਵੀ ਕਹਿ ਸਕਦੇ ਹੋ। ਇਹਨਾਂ ਨੂੰ ਮੈਂ ਉਹਦਾ ਨਾਮ ਦੂੰਗੀ। ਆਈ ਹੋਪ ਸੋ ਇੱਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਏਗਾ। ਕਿਸੇ ਵੀ ਬੱਚੇ ਨੂੰ ਅਗਰ ਕੋਈ ਡਾਊਟ ਆਉਂਦਾ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਕਲਾਸਿਸ ਦੇ ਰਿਗਾਰਡਿੰਗ, ਤਾਂ ਤੁਸੀਂ ਥੱਲੇ ਜਿਹੜਾ ਜੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ। ਤੁਹਾਡਾ ਜਿਹੜਾ ਡਾਊਟ ਆ ਉਹ ਪਰਸਨਲ ਤੌਰ ਤੇ ਉੱਤੇ ਰਿਪਲਾਈ ਕੀਤਾ ਜਾਏਗਾ। 100% ਰਿਪਲਾਈ ਕੀਤਾ ਜਾਏਗਾ। 24 ਘੰਟੇ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਰਿਪਲਾਈ ਆ ਜਾਏਗਾ। ਠੀਕ ਹੈ, ਸੋ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਹੈ ਜੀ ਮੇਰੇ ਕੋਲੇ ਪਿਚ। ਪਿਚ ਦਾ ਕੀ ਮਤਲਬ ਹੁੰਦਾ? ਪਿਚ ਦਾ ਮਤਲਬ ਹੁੰਦਾ ਵੀ ਜਿਵੇਂ ਹੁਣ ਦੇਖੋ ਮੇਰੇ ਕੋਲੇ ਕੰਪਰੈਸ਼ਨ ਤੇ ਜਿਹੜੇ ਰੇਅਰ ਫ੍ਰੈਕਸ਼ਨ ਬਣ ਰਹੇ ਆ, ਮਤਲਬ ਇੱਕ ਯੂਨਿਟ ਟਾਈਮ ਦੇ ਵਿੱਚ ਕਿੰਨੇ ਬਣਦੇ ਹੈਗੇ ਗਿਆ, ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਪਿਚ। ਐਕਚੁਅਲ ਦੇ ਵਿੱਚ ਪਿਚ ਦਾ ਆਪਾਂ ਫ੍ਰੀਕੁਐਂਸੀ ਦੇ ਨਾਲ ਵੀ ਰਿਲੇਟ ਕਰ ਸਕਦੇ ਆ। ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੀ ਹੁੰਦੀ ਆ। ਫ੍ਰੀਕੁਐਂਸੀ ਵੀ ਇਹੀ ਸੀ ਨਾ ਵੀ ਨੰਬਰ ਆਫ ਕੰਪਰੈਸ਼ਨ ਤੇ ਨੰਬਰ ਆਫ ਰੇਅਰ ਫ੍ਰੈਕਸ਼ਨ ਇੱਕ ਯੂਨਿਟ ਟਾਈਮ ਦੇ ਵਿੱਚ ਕਿੰਨੇ ਬਣਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਪਿਚ ਕਹਿ ਦਿੰਦੇ ਆ। ਠੀਕ ਹੈ, ਜਿਹੜੀ ਪਿਚ ਹੈ ਉਹ ਆਪਣੇ ਕੋਲ ਕੀ ਹੋਏਗੀ? ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ। ਕਾਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ? ਫ੍ਰੀਕੁਐਂਸੀ ਦੇ। ਜਿਵੇਂ ਤੁਸੀਂ ਟਾਈਮ ਦੇ ਵਿੱਚੋਂ ਵੀ ਦੇਖ ਸਕਦੇ ਹੈਗੇ, ਕਿਉਂਕਿ ਜਿਵੇਂ ਆਪਣੇ ਕੋਲੇ ਲੋ ਪਿਚ ਸਾਊਂਡ, ਮਤਲਬ ਜਿਹਦਾ ਜਿਹੜੀ ਸਾਊਂਡ ਹੈ ਲੋ ਪਿਚ ਸਾਊਂਡ ਹੋਏਗਾ, ਉਹਦੇ ਜਿਹੜੇ ਹੈਗੇ ਐਂਪਲੀਟਿਊਡ ਘੱਟ ਹੋਏਗਾ। ਬਟ ਅਗਰ ਮੈਂ ਗੱਲ ਕਰਾਂ ਹਾਈ ਪਿਚ ਸਾਊਂਡ ਦੀ ਤਾਂ ਉਹਦਾ ਐਂਪਲੀਟਿਊਡ ਜ਼ਿਆਦਾ ਹੋਏਗਾ। ਜਿਹੜਾ ਲੋ ਪਿਚ ਹੋਏਗਾ ਉਹ ਆ ਡਿਸਟੈਂਸ ਘੱਟ ਕਵਰ ਕਰੇਗਾ, ਜਿਹੜਾ ਹਾਈ ਪਿਚ ਹੋਏਗਾ ਉਹ ਆ ਡਿਸਟੈਂਸ ਜ਼ਿਆਦਾ ਕਵਰ ਕਰੇਗਾ। ਇਹਦਾ ਮਤਲਬ ਜਿਹੜੀ ਪਿਚ ਹੈ ਉਹ ਆਪਣੇ ਕੋਲੇ ਕੀ ਹੈ? ਐਂਪਲੀਟਿਊਡ ਤੇ ਵੀ ਡਿਪੈਂਡ ਕਰਦੀ ਹੈ। ਠੀਕ ਹੈ, ਤੇ ਐਂਪਲੀਟਿਊਡ ਕਾਹਦੇ ਤੇ? ਐਂਪਲੀਟਿਊਡ ਦਾ ਮਤਲਬ ਹੀ ਹੈ ਜਿਵੇਂ ਮੈਕਸਿਮਮ ਡਿਸਟੈਂਸ ਆਪਾਂ ਪੜ੍ਹਿਆ ਹੈਗਾ। ਐਂਪਲੀਟਿਊਡ ਦਾ ਕੀ ਮਤਲਬ ਹੈ? ਮੈਕਸਿਮਮ ਡਿਸਟੈਂਸ। ਠੀਕ ਹੈ, ਜਿੰਨੀ ਉਹ ਜ਼ਿਆਦਾ ਡਿਸਟੈਂਸ ਕਵਰ ਕਰੇਗਾ ਉਨੀ ਉਹਦੀ ਜਿਹੜੀ ਹੈਗੀ ਆ ਮਤਲਬ ਲੋ ਪਿਚ ਹਾਈ ਪਿਚ ਬਣੂਗੀ। ਜਿੰਨਾ ਉਹ ਘੱਟ ਡਿਸਟੈਂਸ ਕਵਰ ਕਰੂਗਾ ਉਨੀ ਉਹਦੀ ਕੀ ਬਣੂਗੀ? ਹਾਈ ਪਿਚ ਬਣੂਗੀ। ਠੀਕ ਹੈ, ਇੱਥੋਂ ਆਪਣੇ ਕੋਲ ਇੱਕ ਚੀਜ਼ ਇਹ ਵੀ ਕਲੀਅਰ ਹੋ ਗਈ ਵੀ ਜਿਹੜੀ ਪਿਚ ਆ ਆਪਣੇ ਕੋਲੇ ਉਹ ਕਿੰਨੇ ਤਰ੍ਹਾਂ ਦੀ ਹੈ? ਦੋ ਤਰ੍ਹਾਂ ਦੀ ਪਿਚ ਹੈ। ਪਿਚ ਕਿੰਨੇ ਤਰ੍ਹਾਂ ਦੀ ਹੈ ਜੀ? ਦੋ ਤਰ੍ਹਾਂ ਦੀ। ਕਿਹੜੀ ਕਿਹੜੀ ਆ? ਲੋ ਪਿਚ ਸਾਊਂਡ ਤੇ ਦੂਜਾ ਕਿਹੜਾ ਮੇਰੇ ਕੋਲੇ? ਹਾਈ ਪਿਚ ਸਾਊਂਡ। ਆਈ ਹੋਪ ਸੋ ਕਲੀਅਰ ਹੋ ਗਿਆ ਹੋਏਗਾ ਤੁਹਾਨੂੰ। ਨੈਕਸਟ ਹੈ ਜੀ ਵੋਲਿਊਮ। ਵੋਲਿਊਮ ਦਾ ਕੀ ਮਤਲਬ ਹੈ? ਵੋਲਿਊਮ ਜਾਂ ਫਿਰ ਲਾਊਡਨੈਸ ਜਿਹਨੂੰ ਆਪਾਂ ਕਹਿ ਦਿੰਦੇ ਆ। ਵੋਲਿਊਮ ਤੇ ਲਾਊਡਨੈਸ ਇਹ ਅਗੇਨ ਇਹ ਪਿਚ ਤੇ ਵੀ ਡਿਪੈਂਡ ਕਰਦੇ ਆ, ਇਹ ਐਂਪਲੀਟਿਊਡ ਤੇ ਵੀ ਡਿਪੈਂਡ ਕਰਦੇ ਆ। ਠੀਕ ਹੈ, ਵੋਲਿਊਮ ਦਾ ਮਤਲਬ ਹੈ ਕਿ ਇੱਕ ਫੋਰਸ ਹੈ ਜਿਹਦੇ ਨਾਲ ਇੱਕ ਆਬਜੈਕਟ ਹੈ ਜਿਹੜਾ ਵਾਈਬ੍ਰੇਟ ਕਰਦਾ। ਜਿੰਨੀ ਆਪਾਂ ਜ਼ਿਆਦਾ ਫੋਰਸ ਲਾਵਾਂਗੇ ਉਹਦਾ ਓਨਾ ਹੀ ਜ਼ਿਆਦਾ ਐਂਪਲੀਟਿਊਡ ਜ਼ਿਆਦਾ ਹੋਊਗਾ ਤੇ ਓਨੀ ਜ਼ਿਆਦਾ ਕੀ ਹੈ ਸਾਊਂਡ ਹੈ ਉਹ ਜ਼ਿਆਦਾ ਪ੍ਰੋਡਿਊਸ ਕਰੂਗਾ। ਹੁਣ ਜਿਵੇਂ ਮੰਨ ਲਓ ਮੈਂ ਜ਼ੋਰ ਦੀ ਕੋਈ ਚੀਜ਼ ਥੱਲੇ ਸਿੱਟਾਂ, ਉਹ ਓਨੀ ਜ਼ਿਆਦਾ ਸਾਊਂਡ ਪ੍ਰੋਡਿਊਸ ਕਰੇਗੀ ਕਿਉਂਕਿ ਮੈਂ ਫੋਰਸ ਵੀ ਓਨੀ ਲਾਈ। ਅਗਰ ਮੈਂ ਜਿਵੇਂ ਹੁਣ ਮੇਰੇ ਹੱਥ 'ਚ ਪੈਨ ਫੜਿਆ, ਮੈਂ ਉਹਨੂੰ ਇੰਨਾ ਕੁ ਸਿੱਟਿਆ
ਇਹਨੇ ਘੱਟ ਸਾਊਂਡ ਪ੍ਰੋਡਿਊਸ ਕੀਤੀ, ਮੈਂ ਇਹਨੂੰ ਦੁਬਾਰਾ ਜ਼ੋਰ ਦੀ ਸਿੱਟਿਆ, ਇਹਨੇ ਜ਼ਿਆਦਾ ਸਾਊਂਡ ਪ੍ਰੋਡਿਊਸ ਕੀਤੀ। ਮਤਲਬ ਕੀ ਹੈ, ਮੇਰੇ ਕੋਲੇ ਜਿਹੜੀ ਫੋਰਸ ਹੈ, ਜਿੰਨੀ ਜ਼ਿਆਦਾ ਫੋਰਸ ਹੋਊਗੀ ਤਾਂ ਓਨਾ ਹੀ ਜ਼ਿਆਦਾ ਸਾਊਂਡ ਹੋਊਗਾ, ਜਿੰਨੀ ਘੱਟ ਫੋਰਸ ਹੋਏਗੀ ਓਨਾ ਹੀ ਕੀ ਹੋਏਗਾ, ਆਪਣੇ ਕੋਲੇ ਜਿਹੜਾ ਲੋ ਸਾਊਂਡ ਹੋਏਗਾ। ਠੀਕ ਹੈ। ਸਾਊਂਡ ਦੇ ਵਿੱਚ ਹੀ ਆਪਾਂ ਇੱਕ ਹੋਰ ਟਰਮ ਹੈ ਮੇਰੇ ਕੋਲੇ, ਇੰਟੈਂਸਿਟੀ, ਆਪਾਂ ਉਹਨੂੰ ਵੀ ਨਾਲ ਹੀ ਡਿਫਾਈਨ ਕਰਾਂਗੇ। ਇੰਟੈਂਸਿਟੀ ਆਫ ਸਾਊਂਡ ਦਾ ਕੀ ਮਤਲਬ ਹੈ, ਅਮਾਊਂਟ ਆਫ ਸਾਊਂਡ એનર્ਜੀ ਫਲੋਇੰਗ ਪਰ ਯੂਨਿਟ ਏਰੀਆ। ਜਿਵੇਂ ਹੁਣ ਮੰਨ ਲਓ ਮੈਂ ਇੱਕ ਯੂਨਿਟ ਏਰੀਆ, ਯੂਨਿਟ ਟਾਈਮ ਦੇ ਵਿੱਚ, ਯੂਨਿਟ ਏਰੀਆ ਦੇ ਵਿੱਚੋਂ ਕੋਈ ਸਾਊਂਡ ਹੈ ਜਿਹੜੀ ਉਹ ਪ੍ਰੋਡਿਊਸ ਕਰਵਾ ਰਹੀ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਆ, ਇੰਟੈਂਸਿਟੀ ਆਫ ਦਾ ਸਾਊਂਡ। ਹਾਂਜੀ, ਇਹਦੇ ਵਿੱਚ ਆਪਾਂ ਜਿਹੜੇ ਆ 4-5 ਚੀਜ਼ਾਂ ਇਸ ਮਤਲਬ ਇਹਦੇ ਵਿੱਚ ਪੜ੍ਹ ਲਈਆਂ, 4 ਤੋਂ 5 ਜਿਹੜੇ ਆਪਾਂ ਕੰਸੈਪਟ ਆ ਉਹ ਪੜ੍ਹ ਲਏ ਆ। ਆਈ ਹੋਪ ਸੋ ਸਾਰਿਆਂ ਨੂੰ ਕੰਸੈਪਟ ਹੈ ਜਿਹੜੇ ਉਹ ਪ੍ਰੋਪਰਲੀ ਕਲੀਅਰ ਹੋ ਗਏ ਹੋਣਗੇ। ਲੈਟ ਮੀ ਚੇਂਜ ਪੈਨ ਕਲਰ। ਪ੍ਰੋਪਰਲੀ ਉਹ ਸਾਰਿਆਂ ਨੂੰ ਕਲੀਅਰ ਹੋ ਗਏ ਹੋਣਗੇ। ਅਗਰ ਕਿਸੇ ਨੂੰ ਕੋਈ ਡਾਊਟ ਆਉਂਦਾ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ। ਤੁਸੀਂ ਆਪਣੇ ਫਰੈਂਡਸ ਦੇ ਨਾਲ ਆਪਣੀਆਂ ਕਲਾਸਾਂ ਜਿਹੜੀਆਂ ਲਿੰਕ ਹੈ ਕਲਾਸ ਦੇ ਸ਼ੇਅਰ ਕਰੋ, ਮੈਕਸਿਮਮ ਟੂ ਮੈਕਸਿਮਮ ਲੋਕਾਂ ਨਾਲ ਜਿਹੜਾ ਸ਼ੇਅਰ ਕਰੋ, ਸੋ ਦੈਟ ਸਾਰੇ ਬੱਚੇ ਜਿਹੜਾ ਇਹਨਾਂ ਕਲਾਸਿਸ ਦਾ ਫਾਇਦਾ ਲੈਣ। ਪਲੱਸ ਆਪਣੇ ਚੈਨਲ ਨੂੰ ਜਿਹੜੇ ਬੱਚੇ ਪਹਿਲੀ ਵਾਰ ਵਿਜ਼ਿਟ ਕਰਦੇ ਆ ਉਹਨਾਂ ਦਾ ਜ਼ਰੂਰ ਬਣਦਾ ਕਿ ਸਬਸਕ੍ਰਾਈਬ ਕਰੋ, ਕਿਉਂਕਿ ਆਪਾਂ ਕਾਫੀ ਸਾਰਾ ਜਿਹੜਾ ਵੈਲਿਊਏਬਲ ਕੰਟੈਂਟ ਹੈ ਇਸ ਚੈਨਲ ਦੇ ਉੱਤੇ ਅਪਲੋਡ ਕਰ ਰਹੇ ਆ। ਹਿਸਟਰੀ ਦੀਆਂ ਕਲਾਸਿਸ ਲੱਗ ਰਹੀਆਂ ਜਿਹੜੇ ਬੱਚੇ PSSB ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਆ। ਮਾਡਰਨ ਹਿਸਟਰੀ ਦੀਆਂ ਕਲਾਸਿਸ ਲੱਗ ਰਹੀਆਂ, ਪੰਜਾਬ GK ਦੀਆਂ ਲੱਗ ਰਹੀਆਂ, ਤੇ ਪਲੱਸ ਆਪਣੇ ਕੋਲੇ ਸਾਇੰਸ ਦੀਆਂ ਲੱਗ ਰਹੀਆਂ। ਬਹੁਤ ਜਲਦੀ ਹੀ ਆਪਾਂ ਜਿਹੜਾ ਮੈਥ ਹੈ, ਐਪਟੀਟਿਊਡ ਵਾਲਾ ਜਿਹੜਾ ਮੈਥ ਹੈ, ਜਿਹੜਾ PSSB ਦੇ ਪੇਪਰਾਂ ਦਾ ਹਿੱਸਾ ਰਹਿੰਦਾ, ਆਪਾਂ ਬਹੁਤ ਜਲਦ ਉਹ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ। ਨੈਕਸਟ ਹੈ ਜੀ ਮੇਰੇ ਕੋਲੇ ਟੋਨ ਔਰ ਨੋਟ। ਜਦੋਂ ਇੱਕ ਸਾਊਂਡ ਦੀ ਫ੍ਰੀਕੁਐਂਸੀ ਸਿੰਗਲ ਹੋਊਗੀ ਤਾਂ ਉਹਨੂੰ ਆਪਾਂ ਟੋਨ ਕਹਿ ਦਿੰਦੇ ਆ। ਜਦੋਂ ਆਪਾਂ ਕਾਫੀ ਸਾਰੀਆਂ ਫ੍ਰੀਕੁਐਂਸੀਜ਼ ਮਿਕਸ ਕਰ ਲੈਂਦੇ ਆ ਤਾਂ ਉਹਨੂੰ ਆਪਾਂ ਨੋਟ ਕਹਿ ਦਿੰਦੇ ਆ। ਠੀਕ ਹੈ। ਇੱਥੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਕੀ ਪੁੱਛਿਆ ਜਾਊਗਾ ਕਿ ਜਦੋਂ ਆਪਣੇ ਕੋਲੇ ਟੋਨ ਹੈ ਤਾਂ ਉਹਦੇ ਵਿੱਚ ਕਿੰਨੀ ਫ੍ਰੀਕੁਐਂਸੀ ਹੋਏਗੀ, ਤਾਂ ਟੋਨ ਦੇ ਵਿੱਚ ਇੱਕ ਫ੍ਰੀਕੁਐਂਸੀ ਹੋਏਗੀ। ਜਦੋਂ ਮੇਰੇ ਕੋਲੇ ਨੋਟ ਹੈ ਤਾਂ ਨੋਟ ਦੇ ਵਿੱਚ ਕਿੰਨੀਆਂ ਫ੍ਰੀਕੁਐਂਸੀਜ਼ ਹੋਣਗੀਆਂ, ਨੋਟ ਦੇ ਵਿੱਚ ਮੇਰੇ ਕੋਲੇ 2 ਫ੍ਰੀਕੁਐਂਸੀਜ਼ ਹੋਣਗੀਆਂ। ਠੀਕ ਹੈ। ਨੈਕਸਟ ਹੈ ਜੀ ਮੇਰੇ ਕੋਲੇ ਕੁਆਲਿਟੀ ਆਫ ਸਾਊਂਡ। ਕੁਆਲਿਟੀ ਆਫ ਸਾਊਂਡ ਦਾ ਮਤਲਬ ਹੈ ਕਿ ਸਾਊਂਡ ਕਿੰਨਾ ਜ਼ਿਆਦਾ ਵਧੀਆ, ਜਿਹਨੂੰ ਆਪਾਂ ਕਹਿੰਦੇ ਨੇ ਰਿਚਨੈਸ ਜਾਂ ਫਿਰ ਟਿੰਬਰ ਆਫ ਸਾਊਂਡ, ਉਹਨੂੰ ਆਪਾਂ ਕੀ ਕਹਿੰਦੇ ਆ, ਕੁਆਲਿਟੀ। ਸਾਊਂਡ ਹੋਏਗਾ ਜਿਹਦੀ ਸੇਮ ਪਿਚ ਹੋਊਗੀ ਤੇ ਉਹਨੂੰ ਆਪਾਂ ਡਿਸਟਿੰਗੁਇਸ਼ ਕਰ ਸਕਦੇ ਹਾਂ। ਠੀਕ ਹੈ। ਜਿਵੇਂ ਆਪਾਂ ਕਹਿ ਸਕਦੇ ਹੈਗੇ ਆ, ਜਿਵੇਂ ਆਪਣੇ ਕੋਲੇ ਮਿਊਜ਼ਿਕ ਹੁੰਦਾ, ਅਗਰ ਮੈਂ ਮੰਨ ਲਓ ਮੈਂ ਲੋ ਮਿਊਜ਼ਿਕ ਦੀ ਜਿਵੇਂ ਮੰਨ ਲਓ ਫੈਨ ਹੋਵਾਂ, ਮੰਨ ਲਓ ਮੈਂ ਲੋ ਮਿਊਜ਼ਿਕ ਦੀ ਫੈਨ ਆ, ਤਾਂ ਜਿਹੜਾ ਮਿਊਜ਼ਿਕ ਹੈ ਉਹ ਮੇਰੇ ਵਾਸਤੇ ਕੀ ਹੈ ਜੀ, ਪਲੀਜ਼ੈਂਟ ਹੈ, ਉਹ ਮੇਰੇ ਕੰਨਾਂ ਨੂੰ ਖੁਸ਼ੀ ਦਊਗਾ। ਬਟ ਮੰਨ ਲਓ ਅਗਰ ਮੈਂ ਕਿਸੇ ਮੈਰਿਜ ਤੇ ਜਾਂਦੀ ਹਾਂ ਜਾਂ ਕੋਈ ਇਹੋ ਜਿਹੀ ਥਾਂ ਤੇ ਜਾਂਦੀ ਹਾਂ ਜਿੱਥੇ ਜਿਹੜਾ ਮਿਊਜ਼ਿਕ ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਹਾਈ ਪਿਚ ਦੇ ਵਿੱਚ ਵਜਾਇਆ ਜਾ ਰਿਹਾ, ਬਹੁਤ ਲਾਊਡ ਸਾਊਂਡ ਹੈ, ਤਾਂ ਉਹ ਮੈਨੂੰ ਕੀ ਕਹੂਗਾ, ਮੇਰੇ ਲਈ ਉਹ ਕੀ ਹੋਏਗਾ, ਨੋਇਸ ਦਾ ਕੰਮ ਕਰੇਗਾ। ਇਸ ਕਰਕੇ ਨੋਇਸ ਕਿਸੇ ਬੰਦੇ ਲਈ ਕੋਈ ਹੋਰ ਹੋ ਸਕਦੀ ਹੈ, ਸਾਹਮਣੇ ਵਾਲੇ ਲਈ ਕੋਈ ਹੋਰ ਹੋ ਸਕਦੀ ਹੈ। ਆਪਾਂ ਨੋਇਸ ਦੀ ਡੈਫੀਨੇਸ਼ਨ ਆਲਵੇਜ਼ ਅਨਪਲੀਜ਼ੈਂਟ ਲਿਖਾਂਗੇ, ਤੇ ਅਨਪਲੀਜ਼ੈਂਟ ਜਾਂ ਪਲੀਜ਼ੈਂਟ ਹੋਣਾ ਕਿਸੇ ਚੀਜ਼ ਦਾ ਉਹ ਕਿਸੇ ਪਰਸਨ ਤੇ ਡਿਪੈਂਡ ਕਰਦਾ ਹੈ। ਇਟ ਟੋਟਲੀ ਡਿਪੈਂਡ ਔਨ ਇੰਡੀਵਿਜੂਅਲ ਹੈ। ਠੀਕ ਹੈ। ਟੋਟਲੀ ਕੀ ਹੈ, ਇਹ ਕਿਸੇ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦਾ ਹੈ। ਕਲੀਅਰ ਜੀ। ਸਪੀਡ ਆਫ ਸਾਊਂਡ। ਸਪੀਡ ਆਫ ਸਾਊਂਡ ਕੀ ਹੈ ਜੀ, ਆਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜੀ ਸਪੀਡ ਹੈ ਸਾਊਂਡ ਦੀ, ਮਤਲਬ ਜਿਹੜਾ ਸਾਊਂਡ ਹੈ ਆਪਾਂ ਨੂੰ ਸਭ ਤੋਂ ਜ਼ਿਆਦਾ ਸੋਲਿਡ ਦੇ ਵਿੱਚ ਕਲੀਅਰ ਹੁੰਦਾ, ਫਿਰ ਲਿਕੁਇਡ ਦੇ ਵਿੱਚ, ਤੇ ਗੈਸਿਸ ਦੇ ਵਿੱਚ ਕੀ ਹੈ ਜਿਹੜਾ ਸਭ ਤੋਂ ਘੱਟ ਸੁਣਦਾ। 에ਅਰ ਦੇ ਵਿੱਚ 331 ਮੀਟਰ ਪਰ ਸੈਕਿੰਡ ਹੈ 0 ਡਿਗਰੀ ਸੈਲਸੀਅਸ ਤੇ 344 ਮੀਟਰ ਪਰ ਸੈਕਿੰਡ ਹੈ ਐਟ 22 ਡਿਗਰੀ ਸੈਲਸੀਅਸ ਤੇ। ਆ ਮੇਰੇ ਕੋਲ ਜਿਹੜੇ ਦੋ ਆ ਇਹ ਕੁਐਸਚਨ ਬਣ ਜਾਂਦੇ। ਠੀਕ ਹੈ। ਕਲੀਅਰ। ਕਈ ਵਾਰੀ ਕੋਈ ਸਾਊਂਡ ਹੈ ਜਿਹੜਾ ਉਹ ਇੰਨਾ ਜ਼ਿਆਦਾ ਹਾਈ ਹੁੰਦਾ ਵੀ ਉਹ ਆਪਣੀਆਂ ਬਿਲਡਿੰਗਸ ਨੂੰ ਨੁਕਸਾਨ ਪਹੁੰਚਾਉਂਦਾ। ਜਿਵੇਂ ਆਪਾਂ ਕੋਈ ਬੰਬ ਬਲਾਸਟ ਵਗੈਰਾ ਹੁੰਦਾ ਤਾਂ ਉਹਦੀ ਜਿਹੜੀ ਧਮਕੀ ਇੰਨੀ ਹੁੰਦੀ ਹੈ ਕਿ ਉਹ ਆਪਣੇ ਬਿਲਡਿੰਗ ਦੇ ਜਿਹੜੇ ਸ਼ੀਸ਼ੇ ਵਗੈਰਾ ਹੁੰਦੇ ਆ ਉਹਨਾਂ ਨੂੰ ਉਹ ਖਰਾਬ ਕਰ ਸਕਦਾ। ਜਿਵੇਂ ਇੱਥੇ ਲਿਖਿਆ ਵੀ ਹੋਇਆ, ਪ੍ਰੋਡਿਊਸਿਸ ਵੈਰੀ ਲਾਊਡ ਨੋਇਸ ਵਿਚ ਇਜ਼ ਇਨਫ ਟੂ ਸ਼ੈਟਰ ਗਲਾਸ ਐਂਡ ਡੈਮੇਜ ਦਾ ਬਿਲਡਿੰਗ। ਠੀਕ ਹੈ। ਇਹ ਇੰਪੋਰਟੈਂਟ ਹੈ, ਇਹ ਸਲਾਈਡ ਬਹੁਤ ਜ਼ਿਆਦਾ ਕੀ ਹੈ, ਇੰਪੋਰਟੈਂਟ ਹੈ। ਨੈਕਸਟ ਹੈਗਾ ਜੀ ਰਿਫਲੈਕਸ਼ਨ। ਰਿਫਲੈਕਸ਼ਨ ਦਾ ਕੀ ਮਤਲਬ ਹੁੰਦਾ, ਜਿਵੇਂ ਆਪਣੇ ਕੋਲੇ ਲਾਈਟ ਰਿਫਲੈਕਟ ਕਰਦੀ ਆ, ਉਵੇਂ ਮੇਰੇ ਕੋਲ ਜਿਹੜਾ ਸਾਊਂਡ ਹੈ ਕੀ ਹੈ ਉਹ ਵੀ ਰਿਫਲੈਕਟ ਕਰਦਾ।
ਸਾਊਂਡ ਕੀ ਹੈ, ਜਿਹੜੇ ਲਾਅ ਆਫ ਰਿਫਲੈਕਸ਼ਨ ਫੋਲੋ ਕਰਦਾ ਹੈ। ਕਈ ਵਾਰ ਸੋਲਿਡ ਜਾਂ ਲਿਕੁਇਡ ਦੇ ਸਰਫੇਸ ਤੋਂ ਜਿਹੜਾ ਸਾਊਂਡ ਹੈ ਉਹ ਕੀ ਹੈ ਜੀ ਆਪਣੇ ਕੋਲੇ ਬਾਉਂਸ ਬੈਕ ਹੋ ਜਾਂਦਾ ਹੈ। ਠੀਕ ਹੈ, ਜਿਹੜੀ ਉਹ ਬਾਉਂਸ ਬੈਕ ਹੈਗੀ ਆ ਸਾਊਂਡ ਦੀ ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਰਿਫਲੈਕਸ਼ਨ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਇਕੋ, ਇਕੋ ਕੀ ਹੁੰਦਾ ਹੈ, ਜਿਵੇਂ ਹੁਣ ਆਪਾਂ ਕਿਸੇ ਮੰਨ ਲਓ ਪਹਾੜੀਆਂ ਵਗੈਰਾ 'ਚ ਜਾਂਦੇ ਆ ਜਾਂ ਆਪਾਂ ਕਿਸੇ ਖੁੱਲੇ ਕਮਰੇ 'ਚ ਜਾਂਦੇ ਆ, ਉੱਥੇ ਆਪਾਂ ਕੁਝ ਵੀ ਬੋਲਦੇ ਆ ਤਾਂ ਜਿਹੜੀ ਆਪਣੀ ਆਵਾਜ਼ ਆ ਉਹ ਗੂੰਜਦੀ ਹੈ, ਉਹ ਆਪਾਂ ਨੂੰ ਹੀ ਆਪਣੀ ਆਵਾਜ਼ ਹੈ ਜਿਹੜੀ ਉਹ ਵਾਪਸ ਸੁਣਦੀ ਹੈ। ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਆ ਕਲੈਪਿੰਗ ਔਰ ਸ਼ਾਊਟਿੰਗ। ਠੀਕ ਹੈ, ਜੇ ਆਪਾਂ ਸ਼ਾਊਟਿੰਗ ਕਰੀਏ, ਜਿਵੇਂ ਹੁਣ ਮੰਨ ਲਓ ਮੇਰੇ ਆਲੇ ਦੁਆਲੇ ਬਹੁਤ ਜ਼ਿਆਦਾ ਸਮਾਨ ਪਿਆ, ਮੈਂ ਇੱਥੇ ਮੰਨ ਲਓ ਕਲੈਪ ਕੀਤਾ, ਮੈਨੂੰ ਮੇਰੀ ਆਵਾਜ਼ ਵਾਪਸ ਨਹੀਂ ਸੁਣ ਰਹੀ, ਮੈਂ ਬੋਲ ਰਹੀ ਹਾਂ ਮੈਨੂੰ ਮੇਰੀ ਆਵਾਜ਼ ਨਹੀਂ ਸੁਣ ਰਹੀ। ਅਗਰ ਮੈਂ ਕਿਸੇ ਖਾਲੀ ਕਮਰੇ 'ਚ ਜਾਵਾਂ, ਉੱਥੇ ਸਿਰਫ ਔਰ ਸਿਰਫ 에ਅਰ ਹੋਊਗੀ, ਤਾਂ 에ਅਰ ਦੇ ਵਿੱਚ ਜੇ ਮੈਂ ਉੱਥੇ ਜਾ ਕੇ ਐ ਕਰਾਂ ਤਾਂ ਮੇਰੀ ਆਵਾਜ਼ ਮੈਨੂੰ ਵਾਪਸ ਸੁਣਾਊ ਦਊਗੀ। ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ, ਇਕੋ। ਠੀਕ ਹੈ, ਜਿੰਨੀਆਂ ਜ਼ਿਆਦਾ ਰਿਫਲੈਕਸ਼ਨ ਹੋਣਗੀਆਂ ਉਨੀ ਜ਼ਿਆਦਾ ਆਪਾਂ ਨੂੰ ਕੀ ਹੈ ਜਿਹੜੀ ਇਕੋ ਹੈ ਉਹ ਸੁਣਾਈ ਦੇਗੀ। ਕਲੀਅਰ? ਆਈ ਹੋਪ ਸੋ ਕਲੀਅਰ ਹੋ ਗਿਆ ਹੋਏਗਾ ਤੁਹਾਨੂੰ ਸਾਰਿਆਂ ਨੂੰ। ਨੈਕਸਟ ਹੈਗੀਆਂ ਸੁਨਾਰ ਤੇ ਰਡਾਰ। ਇਹਨਾਂ ਦੀਆਂ ਮੇਨ ਹੈ ਜਿਹੜੀਆਂ ਫੁੱਲ ਫਾਰਮ ਦਾ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਜਿਹੜੀ ਸੁਨਾਰ ਤੇ ਰਡਾਰ ਹੈ ਇਹ ਬਹੁਤ ਜ਼ਿਆਦਾ ਲੌਂਗ ਡਿਸਟੈਂਸਿਸ, ਜਿਵੇਂ ਸਮੁੰਦਰਾਂ ਦੇ ਵਿੱਚ ਅਗਰ ਮੈਂ ਮੰਨ ਲਓ ਡਿਸਟੈਂਸ ਮੇਜ਼ਰ ਕਰਨਾ ਹੋਵੇ ਸਮੁੰਦਰੀ ਜਹਾਜ਼ ਦੇ ਦੁਆਰਾ, ਉਹ ਵਾਲੀ ਜਿਹੜੀ ਹੈਗੀ ਆ ਉੱਥੋਂ ਆਪਾਂ ਇਹ ਜਿਹੜਾ ਡਿਸਟੈਂਸ ਮੇਜ਼ਰ ਕਰਨਾ ਤੇ ਯੂਜ਼ ਕਰਦੇ ਆ। ਐਵਰੇਜ ਹਿਊਮਨ ਬੀਇੰਗ ਦੇ ਜਿਹੜੇ ਕੰਨਾਂ ਦੀ ਫ੍ਰੀਕੁਐਂਸੀ ਹੁੰਦੀ ਹੈ 20 ਹਰਟਜ਼ ਟੂ 20,000 ਹਰਟਜ਼। ਠੀਕ ਹੈ, ਨੈਕਸਟ ਹੈਗੀਆਂ ਅਲਟਰਾਸੋਨਿਕ ਵੇਵ। ਇਹ ਅਲਟਰਾਸੋਨਿਕ ਵੇਵਸ ਕਿਹੜੀਆਂ ਹੁੰਦੀਆਂ, ਹਾਈ ਫ੍ਰੀਕੁਐਂਸੀ ਸਾਊਂਡ, ਜਿਨ੍ਹਾਂ ਦਾ ਸਾਊਂਡ ਹੈ ਜਿਹੜੀਆਂ ਗ੍ਰੇਟਰ ਦੈਨ ਹੁੰਦੀਆਂ 20,000 ਤੋਂ, ਮਤਲਬ ਉਹਨਾਂ ਨੂੰ ਹਿਊਮਨ ਈਅਰ ਸੁਣ ਹੀ ਨਹੀਂ ਸਕਦਾ, ਉਹਨਾਂ ਨੂੰ ਆਪਾਂ ਕਿਹੜੀਆਂ ਬੋਲਦੇ ਆ, ਅਲਟਰਾਸੋਨਿਕ ਸਾਊਂਡ। ਆਪਾਂ ਨੂੰ ਪੁੱਛਿਆ ਵੀ ਜਾ ਸਕਦਾ ਵੀ ਹਿਊਮਨ ਈਅਰ ਹੈ ਜਿਹੜਾ ਉਹ ਕਿਹੜੇ ਸਾਊਂਡ ਨੂੰ ਨਹੀਂ ਸੁਣ ਸਕਦਾ। ਹਿਊਮਨ ਈਅਰ ਹੈ ਜਿਹੜਾ ਆਪਣਾ ਉਹ ਅਲਟਰਾਸੋਨਿਕ ਸਾਊਂਡ ਨੂੰ ਨਹੀਂ ਸੁਣ ਸਕਦਾ। ਠੀਕ ਹੈ, ਜਿਵੇਂ ਆਪਾਂ ਹਿਊਮਨ ਇਮੇजेस ਜਿਹੜੇ ਹੈਗੇ ਆ ਸਕੈਨ ਕਰਦੇ ਆ, ਕਰੈਕਸ ਜਿਹੜੇ ਹੈਗੇ ਆ ਮੈਟਲ ਬਲੌਕਸ ਦੇ ਵਿੱਚ ਦੇਖਦੇ ਆ। ਠੀਕ ਹੈ, ਜਿੱਥੇ ਆਪਾਂ ਨਹੀਂ ਪਹੁੰਚ ਸਕਦੇ ਉੱਥੇ ਜਿਹੜੀ ਹੈਗੀ ਆ ਸੋਨਾਰ ਹੈ ਉਹ ਪਹੁੰਚਦੀ ਹੈ। ਤੇ ਜਿਹੜੀਆਂ ਇਹਦੀਆਂ ਵੇਵਸ ਹੁੰਦੀਆਂ ਅਲਟਰਾਸੋਨਿਕ ਸਾਊਂਡਸ ਹੁੰਦੇ ਆ ਜਾਂ ਅਲਟਰਾਸੋਨਿਕ ਵੇਵਸ ਹੁੰਦੀਆਂ, ਉਹ ਵਾਲੀਆਂ ਜਿਹੜੀਆਂ ਵੇਵਸ ਆਪਣੇ ਕੋਲੇ ਹਿਊਮਨ ਈਅਰ ਨਹੀਂ ਸੁਣਦਾ, ਤਾਂ ਉੱਥੇ ਜਿਹੜੀਆਂ ਇਹ ਵਾਲੀਆਂ ਵੇਵਸ ਆ ਉਹ ਯੂਜ਼ ਹੁੰਦੀਆਂ। ਕਲੀਅਰ ਹੈ ਜੀ? ਕਲੀਅਰ? ਇਸ ਤੋਂ ਨੈਕਸਟ ਆ ਜਾਂਦਾ ਜੀ ਡੋਪਲਰ ਇਫੈਕਟ। ਡੋਪਲਰ ਇਫੈਕਟ ਕੀ ਹੁੰਦਾ, ਸੋਰਸ ਆਫ ਸਾਊਂਡ ਜਾਂ ਇੱਕ ਆਬਜ਼ਰਵਰ ਹੈ ਜਿਹੜਾ ਮੂਵ ਹੋ ਰਿਹਾ। ਜਦੋਂ ਕੋਈ ਬੰਦਾ ਮੂਵ ਹੋ ਰਿਹਾ ਤਾਂ ਉਹਦੀ ਫ੍ਰੀਕੁਐਂਸੀ ਵੀ ਚੇਂਜ ਹੋਏਗੀ, ਵੇਵਲੈਂਥ ਵੀ ਚੇਂਜ ਹੋਏਗੀ। ਫ੍ਰੀਕੁਐਂਸੀ ਹਾਈ ਹੋਏਗੀ ਜਦੋਂ ਬੰਦਾ ਸੋਰਸ ਦੇ ਵੱਲ ਮੂਵ ਕਰੂਗਾ, ਜਿਵੇਂ ਮੰਨ ਲਓ ਆ ਮੇਰੇ ਕੋਲੇ ਕੋਈ ਸੋਰਸ ਹੈ ਤੇ ਆ ਮੇਰੇ ਕੋਲੇ ਕੋਈ ਮੈਨ ਹੈ, ਜਦੋਂ ਇਹਦੇ ਵੱਲ ਮੂਵ ਕਰਾਂਗੇ ਤਾਂ ਜਿਹੜੀ ਫ੍ਰੀਕੁਐਂਸੀ ਇਨਕਰੀਜ਼ ਹੋਏਗੀ, ਜਦੋਂ ਮੈਂ ਇਹਦੇ ਤੋਂ ਅਵੇ ਮੂਵ ਕਰੂੰਗੀ ਤਾਂ ਫ੍ਰੀਕੁਐਂਸੀ ਕੀ ਹੈ, ਡਿਕਰੀਜ਼ ਹੋਏਗੀ। ਠੀਕ ਹੈ, ਜਿਵੇਂ ਮੰਨ ਲਓ ਮੈਂ ਗੱਲ ਕਰਾਂ ਵੀ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਖੜੀ ਆ, ਠੀਕ ਹੈ, ਮੈਂ ਕੋਈ ਬੈਲ ਹੈ ਇੱਥੇ ਮੰਨ ਲਓ ਮੰਦਿਰ ਦੀ ਘੰਟੀ ਹੈ, ਜੇ ਮੈਂ ਉਹਦੇ ਵੱਲ ਮੂਵ ਕਰਦੀ ਹਾਂ ਤਾਂ ਮੈਨੂੰ ਜਿਹੜਾ ਸਾਊਂਡ ਆ ਉਹ ਜ਼ਿਆਦਾ ਸੁਣਾਈ ਦੇਗਾ। ਜਦੋਂ ਮੈਂ ਉਹਦੇ ਤੋਂ ਦੂਰ ਜਾਊਂਗੀ ਤਾਂ ਹੌਲੀ ਘਟਦਾ ਬਿਲਕੁਲ ਹੀ ਇੱਕ ਵਾਰ ਕੀ ਹੋ ਜਾਏਗਾ, ਬੰਦ ਹੋ ਜਾਏਗਾ। ਠੀਕ ਹੈ, ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਆ, ਡੋਪਲਰ ਇਫੈਕਟ। ਰੀਵਰਟੇਬੇਸ਼ਨ ਇਹ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈਗਾ, ਪਰ ਮੈਂ ਫਿਰ ਵੀ ਦੱਸ ਦਿੰਦੀ ਆ। ਮਲਟੀਪਲ ਰਿਫਲੈਕਸ਼ਨ ਹੁੰਦੀਆਂ, ਜਿਵੇਂ ਆਡੀਟੋਰੀਅਮ ਜਾਂ ਬਿਗ ਹਾਲ ਦੇ ਵਿੱਚ ਕੀ ਹੈ ਜਿਹੜੇ ਸਾਊਂਡ ਹੈ ਵਾਰ-ਵਾਰ ਆਪਾਂ ਨੂੰ ਸੁਣਦੇ ਰਹਿੰਦੇ ਆ। ਜਿਵੇਂ ਥੀਏਟਰਸ ਵਗੈਰਾ ਦੇ ਵਿੱਚ ਅੱਜ ਕੱਲ੍ਹ ਹੁੰਦੇ ਤਾਂ ਉਹ ਖਾਲੀ ਆ, ਪਰ ਉਹਨਾਂ ਦੇ ਵਿੱਚ ਸਾਊਂਡ ਪ੍ਰੂਫ ਵਾਲਜ਼ ਲੱਗੀਆਂ ਹੁੰਦੀਆਂ ਵੀ ਉੱਥੇ ਇਕੋ ਪ੍ਰੋਡਿਊਸ ਨਾ ਹੋਵੇ। ਜਿੱਥੇ ਇਕੋ ਪ੍ਰੋਡਿਊਸ ਹੋਵੇ, ਇਕੋ ਨੂੰ ਰੋਕਣ ਵਾਸਤੇ ਆਪਣੇ ਕੋਲੇ ਸਾਊਂਡ ਪ੍ਰੂਫ ਜਿਹੜੇ ਸਿਸਟਮ ਹੈ ਉਹ ਲਗਾਏ ਜਾਂਦੇ ਆ। ਉਸ ਸਿਸਟਮ ਨੂੰ ਜਾਂ ਫਿਰ ਮਲਟੀਪਲ ਰਿਫਲੈਕਸ਼ਨ ਸਿਸਟਮ ਨੂੰ ਘਟਾਉਣ ਵਾਸਤੇ ਜਿਹੜੇ ਸਿਸਟਮ ਲਗਾਏ ਜਾਂਦੇ ਆ ਉਹਨਾਂ ਨੂੰ ਆਪਾਂ ਕੀ ਪ੍ਰੋਸੈਸ ਨੂੰ ਕੀ ਬੋਲ ਦਿੰਦੇ ਆ, ਰੀਵਰਟੇਬੇਸ਼ਨ। ਇੰਨਾ ਹੀ ਆਪਣਾ ਜਿਹੜਾ ਸਾਊਂਡ ਵਾਲਾ ਟੌਪਿਕ ਹੈ। ਕੱਲ ਦੀ ਕਲਾਸ ਦੇ ਵਿੱਚ ਆਪਾਂ ਇਹਦੇ MCQs ਆ ਜਿਹੜੇ ਉਹ ਕਰਾਂਗੇ। MCQs ਦੀ ਕਲਾਸ ਵੀ ਤੁਹਾਨੂੰ ਅਪਲੋਡ ਹੋ ਜਾਏਗੀ। ਉਹਦੇ ਨਾਲ ਕਮਿਊਨਿਟੀ ਸੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ 3 ਤੋਂ 4 MCQs ਬਹੁਤ ਇੰਪੋਰਟੈਂਟ ਜਿਹੜੇ ਪ੍ਰੀਵੀਅਸ ਪੇਪਰਾਂ 'ਚ ਆਏ ਹੋਏ ਹੋਣਗੇ, ਉਹ MCQs ਮੈਂ ਅਪਲੋਡ ਕਰੂੰਗੀ, ਉਹਨਾਂ ਦਾ ਜਵਾਬ ਦੇਣਾ ਨਾ ਭੁੱਲਿਓ। ਕਲਾਸ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਅਗਰ ਕਿਸੇ ਦੇ ਵਿੱਚ ਕੋਈ ਡਾਊਟ ਹੈ, ਕਿਸੇ ਕੁਐਸਚਨ 'ਚ ਕੋਈ ਡਾਊਟ ਹੈ, ਜਾਂ ਕੋਈ ਤੁਹਾਡਾ ਵੈਸੇ ਮਨ ਦੇ ਵਿੱਚ ਕੋਈ ਗਵਰਨਮੈਂਟ ਜੌਬ ਨੂੰ ਲੈ ਕੇ ਸ਼ੰਕਾ ਹੈਗੀ ਆ, ਤਾਂ ਤੁਸੀਂ ਉਹ ਇਸ ਚੈਨਲ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਿਓ। ਮੈਂ ਪਰਸਨਲੀ ਤੁਹਾਨੂੰ ਉਸ ਚੀਜ਼ ਦਾ ਜਿਹੜਾ ਰਿਪਲਾਈ ਆ ਵਿਦਿਨ 24 ਆਵਰਸ ਕਰੂੰਗੀ। ਥੈਂਕ ਯੂ ਐਵਰੀਵਨ। ਜੌਬ ਅੱਡਾ ਚੈਨਲ ਦੇ ਨਾਲ ਜੁੜੇ ਰਹੋ। ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।